ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਖਬਰ ਜੋ ਮੁੱਦਾ ਬਣੇ ਦੀ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਰੋਜ਼ਾਨਾ ਦੇ ਆਧਾਰ ਤੇ ਜ਼ਿਕਰ ਕਰਦੇ ਹਾਂ, ਰੋਜ਼ਾਨਾ ਦੇ ਆਧਾਰ ਤੇ ਨਜ਼ਰ ਪਾਉਂਦੇ ਹਾਂ ਉਹਨਾਂ ਖਬਰਾਂ ਤੇ ਜਿਹੜੀਆਂ ਖਾਸ ਤੌਰ ਤੇ ਦਰਸ਼ਕਾਂ ਦਾ ਧਿਆਨ ਮੰਗਦੀਆਂ ਨੇ। ਸੋ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਇਹ ਸਫ਼ਰ। ਜਲਾਲਾਬਾਦ ਟਿਫਨ ਬੰਬ ਮਾਮਲੇ 'ਚ ਫਿਰੋਜ਼ਪੁਰ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਫੜੇ ਗਏ 2 ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਜਲਾਲਾਬਾਦ ਮੋਟਰਸਾਈਕਲ ਧਮਾਕਾ ਕਰਨ ਵਾਲੇ ਹੀ ਫਿਰੋਜ਼ਪੁਰ ਨਮਕ ਮੰਡੀ 'ਚ ਹੋਏ ਧਮਾਕੇ ਦੇ ਮਾਸਟਰਮਾਈਂਡ ਸਨ। ਪੂਰੀ ਰਿਪੋਰਟ ਦਿਖਾਉਂਦੇ ਹਾਂ। ਟਿਫਨ ਬੰਬ ਮਾਮਲੇ 'ਚ ਵੱਡਾ ਖੁਲਾਸਾ। ਫਿਰੋਜ਼ਪੁਰ ਸਰਹੱਦ ਤੋਂ ਫੜੇ ਮੁਲਜ਼ਮਾਂ ਦਾ ਕਬੂਲਨਾਮਾ। ਜਲਾਲਾਬਾਦ ਤੇ ਫਿਰੋਜ਼ਪੁਰ ਬਲਾਸਟ ਦੇ ਜੁੜੇ ਤਾਰ। ਪੰਜਾਬ ਨੂੰ ਦਹਿਲਾਉਣ ਦੀ ਸੀ ਪਲਾਨਿੰਗ। ਟਿਫਨ ਬੰਬ ਮਾਮਲੇ 'ਚ ਫਿਰੋਜ਼ਪੁਰ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦੇ ਮੁਤਾਬਿਕ ਜਲਾਲਾਬਾਦ ਮੋਟਰਸਾਈਕਲ ਧਮਾਕੇ ਨੂੰ ਅੰਜਾਮ ਦੇਣ ਵਾਲੇ ਹੀ ਫਿਰੋਜ਼ਪੁਰ ਦੀ ਨਮਕ ਮੰਡੀ ਬਲਾਸਟ ਦੇ ਮਾਸਟਰਮਾਈਂਡ ਸਨ। ਦੋਵੇਂ ਥਾਵਾਂ 'ਚ ਟਿਫਨ ਬੰਬ ਦਾ ਇਸਤੇਮਾਲ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ 'ਚ ਫਿਰੋਜ਼ਪੁਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਕੋਲ ਰਹਿੰਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਪੁਲਿਸ ਪੁੱਛਗਿੱਛ ਦੇ ਦੌਰਾਨ ਇਸ ਗੱਲ ਦਾ ਕਬੂਲਨਾਮਾ ਕੀਤਾ ਹੈ ਕਿ ਮੁਲਜ਼ਮਾਂ ਮੁਤਾਬਿਕ ਜਲਾਲਾਬਾਦ ਦੀ ਤਰ੍ਹਾਂ ਹੀ ਪੰਜਾਬ ਦੀਆਂ ਹੋਰ ਥਾਵਾਂ ਤੇ ਵੀ ਉਹਨਾਂ ਦੀ ਬਲਾਸਟ ਕਰਨ ਦੀ ਪਲਾਨਿੰਗ ਸੀ। ਜਿਹੜਾ ਕਿ ਜਲਾਲਾਬਾਦ ਜਿਹੜਾ ਮੋਟਰਸਾਈਕਲ ਤੇ ਹੋਇਆ ਸੀ ਨਾ ਬਲਾਸਟ ਜੀ, ਉਹਦੇ ਵਿੱਚ ਜਿਹੜਾ ਜਲਾਲਾਬਾਦ ਵਾਲਿਆਂ ਨੇ ਬੰਦੇ ਫੜੇ ਸੀ, ਫੜ ਕੇ ਉਹ ਮੁਕਤਸਰ ਜੇਲ੍ਹ 'ਚ ਭੇਜੇ। ਸਾਡੀ ਟੀਮ ਨੇ ਕੀਤਾ ਕਿ ਸੀਏ ਟੀਮ ਨੇ ਔਰ ਅਸੀਂ ਡੀਏ ਸਾਹਿਬ ਦੇ ਔਰ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਜਿਹੜਾ ਹੈ ਕਿ ਸਾਡੀ ਟੀਮ ਨੇ ਜਿਹੜਾ ਕਿ ਉਹਨਾਂ ਨੂੰ ਲਿਆ ਕੇ ਜੇਲ੍ਹ ਦੇ ਵਿੱਚੋਂ ਪ੍ਰੈਸ ਦੇ ਵਿੱਚ ਲਿਆ ਕੇ ਉਹਨਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ, ਜਿਨ੍ਹਾਂ ਨੇ ਮੰਨਿਆ ਕਿ ਜਿਹੜਾ ਕਿ ਇਹ ਫਿਰੋਜ਼ਪੁਰ ਸਿਟੀ ਵਾਲਾ ਉਹ ਵੀ ਜਿਹੜਾ ਅਸੀਂ ਕੀਤਾ ਸੀ। ਪੁਲਿਸ ਮੁਤਾਬਿਕ ਮੁਲਜ਼ਮ ਜਲਾਲਾਬਾਦ ਦੇ ਵਿੱਚ ਭੀੜ-ਭਾੜ ਵਾਲੇ ਇਲਾਕੇ ਦੇ ਵਿੱਚ ਬਲਾਸਟ ਕਰਨਾ ਚਾਹੁੰਦੇ ਸਨ, ਪਰ ਅਣਜਾਣ ਹੋਣ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਅਜੇ ਤੱਕ ਦੀ ਪੜਤਾਲ ਦੇ ਵਿੱਚ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ। ਇਹ ਹੈ ਟਿਫਨ ਬੰਬ ਸੀ। ਐਕਚੁਅਲੀ ਇਹ ਨਾ ਤਫਤੀਸ਼ ਦਾ ਮੈਟਰ ਹੈ, ਤਫਤੀਸ਼ ਹੀ ਲੱਗੀਆਂ ਕਰਨ। ਇਹ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਹ ਤੁਹਾਨੂੰ ਸਾਰਾ ਕੁਝ ਦੱਸਿਆ ਜਾਏਗਾ। ਇਹ ਡਰਾਉਣ ਰਾਹੀਂ ਵੀ ਆਉਂਦੇ ਰਹੇ ਬੰਬ ਲੈ ਕੇ ਇਹ ਐਕਚੁਅਲੀ ਤੇ ਵੇਖੋ ਰੌਲਾ ਤੇ ਇਹੋ ਸੀ ਜੀ, ਪਹਿਲਾਂ ਜਿਹੜਾ ਕਿ ਡਰਾਉਣ ਰਾਹੀਂ ਇਹ ਆਉਂਦੇ ਰਹੇ ਨੇ, ਕਿ ਡਰਾਉਣ ਰਾਹੀਂ ਆਏ ਨੇ ਬੰਬ ਪਾਕਿਸਤਾਨ 'ਚ ਆਉਂਦੇ ਰਹੇ ਨੇ। ਲੱਗਦਾ ਕਿ ਇਹ ਹੈ ਹੀ ਨੇ ਜੀ। ਕਿੰਨੇ ਦੋਸ਼ੀ ਫੜੇ ਗਏ ਨੇ? ਇਹਨਾਂ ਦੇ ਦੋਸ਼ੀ ਇਹਨਾਂ ਜੀ ਇਹ 2 ਫੜੇ ਨੇ। ਪਰ ਪੁਲਿਸ ਲਈ ਅਜੇ ਵੀ ਇਹ ਸਵਾਲ ਬਣਿਆ ਹੋਇਆ ਹੈ ਕਿ ਆਖਰ ਮੁਲਜ਼ਮਾਂ ਦੇ ਕੋਲ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਟਿਫਨ ਬੰਬ ਕਿਵੇਂ ਪਹੁੰਚੇ। ਇਸੇ ਨੂੰ ਲੈ ਕੇ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ ਵੀ ਜਾਂਚ ਕਰ ਰਹੀਆਂ ਨੇ। ਫਿਲਹਾਲ ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਜਾਣਗੇ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਜਲੰਧਰ 'ਚ ਕਾਰ ਦਾ ਬੰਪਰ ਬਣਾਉਣ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਤੋਂ ਬਾਅਦ 5 ਤੋਂ 6 ਬੰਦਿਆਂ ਨੇ ਮੋਟਰ ਗੈਰੇਜ 'ਚ ਜੰਮ ਕੇ ਭੰਨ-ਤੋੜ ਕੀਤੀ। ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ। ਹੱਥ 'ਚ ਤਲਵਾਰ, 5-6 ਬੰਦੇ ਨਾਲ ਮੋਟਰ ਗੈਰੇਜ ਦੇ ਵਿੱਚ ਖੜੀਆਂ ਕਾਰਾਂ ਦੇ ਟੁੱਟੇ ਸ਼ੀਸ਼ੇ। ਇਹ ਤਸਵੀਰਾਂ ਜਲੰਧਰ ਦੇ ਸੂਰਿਆ ਐਨਕਲੇਵ ਦੀਆਂ ਨੇ, ਜਿੱਥੇ 5 ਤੋਂ 6 ਨੌਜਵਾਨ ਇੱਕ ਮੋਟਰ ਗੈਰੇਜ ਦੇ ਵਿੱਚ ਵੜ ਕੇ ਅੰਦਰ ਖੜੀਆਂ ਕਾਰਾਂ ਦੀ ਭੰਨਤੋੜ ਕਰਕੇ ਫਰਾਰ ਹੋ ਗਏ। ਮੋਟਰ ਗੈਰੇਜ ਮਾਲਕ ਗੁਰਦੀਪ ਸਿੰਘ ਦੇ ਮੁਤਾਬਿਕ ਪੂਰਾ ਵਿਵਾਦ ਕਾਰ ਦਾ ਬੰਪਰ ਬਣਾਉਣ ਨੂੰ ਲੈ ਕੇ ਸ਼ੁਰੂ ਹੋਇਆ। ਕਰੀਬ 1.5 ਮਹੀਨੇ ਪਹਿਲਾਂ ਅਮਨਦੀਪ ਨਾਂ ਦੇ ਸ਼ਖਸ ਨੇ ਕਾਰ ਦਾ ਬੰਪਰ ਬਣਾਉਣ ਨੂੰ ਦਿੱਤਾ ਸੀ, ਪਰ ਉਹ ਲੈਣ ਨਹੀਂ ਆਇਆ। ਅੱਜ ਜਦੋਂ ਉਹ ਗੈਰੇਜ ਪਹੁੰਚਿਆ ਤਾਂ ਉੱਥੇ ਅਮਨਦੀਪ ਨੇ ਆਪਣੇ ਸਾਥੀਆਂ ਦੇ ਨਾਲ ਜੰਮ ਕੇ ਤੋੜ-ਭੰਨ ਕਰ ਦਿੱਤੀ। ਅੱਜ ਤੋਂ 1.5 ਮਹੀਨਾ ਪਹਿਲਾਂ ਆ ਜਿਹੜੇ ਨਿਹੰਗ ਸਿੰਘ ਆ ਕੰਗਣੀਵਾਲ ਵਾਲੇ, ਇਹ ਆਪਣੀ ਗੱਡੀ ਦਾ ਬੰਪਰ ਬਣਨਾ ਦੇ ਕੇ ਗਏ ਸੀ ਮੇਰੇ ਕੋਲੇ, ਤੇ ਬੰਪਰ ਬਣਦਾ ਹੋਇਆ ਇਹ ਤਿਆਰ ਪਿਆ ਸੀਗਾ। ਇਹ 1.5 ਮਹੀਨਾ ਆਏ ਨਹੀਂ। ਇਹਨਾਂ ਦਾ ਕੋਈ ਲੜਾਈ ਝਗੜਾ ਪਿੰਡ ਵਾਲਿਆਂ ਨਾਲ ਚੱਲਦਾ ਸੀਗਾ, ਉਹਦੇ ਕਰਕੇ ਆ ਨਹੀਂ ਪਾਏ। ਤੇ ਕੱਲ ਆ ਕੇ ਪ੍ਰੈਸ਼ਰਾਈਜ਼ ਕਰਕੇ ਮੈਨੂੰ ਹੁਣੇ ਦੇ ਕਰਕੇ ਕਰਤਾ। ਚਲੋ ਫਿਰ ਵੀ ਮੈਂ ਅੱਜ ਆਪਣੇ ਫਰੈਂਡ ਦੀ ਗੈਰੇਜ ਲਿਜਾ ਕੇ ਇਹਦਾ ਕੰਮ ਸ਼ੁਰੂ ਕਰਵਾਤਾ। ਉੱਥੇ ਵੀ ਇਹਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਕਿਰਪਾਨ ਕੱਢੀ। ਬਾਅਦ 'ਚ ਮੈਂ ਮਾਰਕੀਟ ਗਿਆ ਹੋਇਆ ਸੀਗਾ, ਮੇਰੀ ਗੈਰੇਜ ਆ ਕੇ ਮੇਰੀਆਂ ਗੱਡੀਆਂ ਦੀ ਭੰਨ ਤੋੜ ਕੀਤੀ। ਗੱਡੀ ਦੇ ਵਿੱਚ 30,000 ਕੈਸ਼ ਪਿਆ ਸੀਗਾ।
ਪੀੜਤ ਗੁਰਦੀਪ ਦੇ ਮੁਤਾਬਿਕ ਗੈਰੇਜ 'ਚ ਪਏ 30,000 ਰੁਪਏ ਵੀ ਗਾਇਬ ਨੇ, ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਰਜ ਕਰਾ ਦਿੱਤੀ ਹੈ। ਗੱਡੀ ਦੀ ਰਿਪੇਅਰ ਤੋਂ ਤਕਰਾਰਬਾਜੀ ਕੋਈ ਹੋਈ ਹੈ, ਉਹ ਆ ਕੇ ਗੱਡੀਆਂ ਵਿੱਚ ਚੀਜ਼ੇ ਭੰਨਤੀਆਂ। ਤੇ ਸਰ ਜਿੱਦਾਂ ਉਹਦੇ ਵਿੱਚ ਕਹਿੰਦੇ ਕਿ ਮੇਰੇ ਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹਨੇ ਕੋਸ਼ਿਸ਼। ਨਹੀਂ, ਉਦੋਂ ਇਹ ਤਾਂ ਇੱਥੇ ਦੁਕਾਨ ਤੇ ਨਹੀਂ ਮੌਜੂਦ ਸੀਗਾ, ਉਹ ਕਿਤੇ ਹੋਰ ਜਗ੍ਹਾ ਹੋਈ ਹੈ ਇਹਨਾਂ ਤਕਰਾਰ। ਤੇ ਇਹਦੇ ਕੋਲ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਵਗੈਰਾ ਹੈਗੀ ਜਿਹਦੇ ਵਿੱਚ ਉਹ ਕਿਰਪਾਨਾਂ ਲਹਿਰਾ ਰਿਹਾ? ਨਹੀਂ, ਉਹ ਨਹੀਂ, ਇਹਨੇ ਕੋਈ ਨਹੀਂ, ਹਾਲ ਤੱਕ ਕੋਈ ਨਹੀਂ ਪੇਸ਼ ਕੀਤੀ, ਤਸਦੀਕ ਕਰ ਰਹੇ ਆ, ਜੋ ਕਾਰਵਾਈ ਬੰਦੀ ਉਹ ਕਰਾਂਗੇ। ਬਹਰਹਾਲ ਹੁਣ ਵੇਖਣਾ ਹੋਏਗਾ ਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ। ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ। ਖਬਰ ਯਮੁਨਾ ਨਗਰ ਤੋਂ ਹੈ, ਜਿੱਥੇ ਚੋਰਾਂ ਨੇ ਚੋਰੀ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਘਰ ਦੇ ਬਾਹਰ ਗਲੀ 'ਚ ਲੱਗੇ ਕੂਲਰਾਂ ਦੇ ਜ਼ਰੀਏ ਹੁਣ ਘਰਾਂ 'ਚ ਚੋਰੀ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਕੀ ਹੈ, ਇਸ ਰਿਪੋਰਟ ਦੇ ਜ਼ਰੀਏ ਦੇਖੋ। ਕਿਤੇ ਖਿੜਕੀ 'ਚ ਤੁਸੀਂ ਤਾਂ ਨਹੀਂ ਲਗਾਇਆ ਕੂਲਰ? ਜੇ ਲਾਇਆ ਤਾਂ ਹੋ ਜਾਓ ਸਾਵਧਾਨ, ਤੁਹਾਡੇ ਕੂਲਰ ਦੇ ਵਿੱਚ ਵੀ ਹੋ ਸਕਦਾ ਹੈ ਸਪਰੇ। ਭਾਵੇਂ ਹੁਣ ਮੌਸਮ ਹੌਲੀ-ਹੌਲੀ ਬਦਲ ਰਿਹਾ, ਕੂਲਰ ਦੀ ਜ਼ਰੂਰਤ ਵੀ ਨਹੀਂ ਪੈਂਦੀ, ਪਰ ਜੋ ਅਜੇ ਵੀ ਕੂਲਰ ਦੀ ਠੰਡੀ ਹਵਾ ਦੇ ਵਿੱਚ ਸੌਣ ਦੇ ਸ਼ੌਕੀਨ ਨੇ, ਇਹ ਖਬਰ ਉਹਨਾਂ ਵਾਸਤੇ ਹੈ। ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਗਲੀ ਦੇ ਵਿੱਚ ਕੂਲਰ ਰੱਖ ਕੇ ਖਿੜਕੀ ਤੇ ਲਗਾਇਆ ਹੋਇਆ। ਤੁਹਾਡੇ ਇਸ ਕੂਲਰ ਤੇ ਚੋਰਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ। ਇਹ ਤਸਵੀਰਾਂ ਯਮੁਨਾ ਨਗਰ ਦੀ ਚੌਧਰੀ ਕਲੋਨੀ ਦੀਆਂ ਨੇ, ਜਿੱਥੇ ਚੋਰਾਂ ਨੇ 3 ਘਰਾਂ ਦੇ ਕੂਲਰਾਂ ਦੇ ਵਿੱਚ ਬੇਹੋਸ਼ੀ ਦੀ ਦਵਾ ਛਿੜਕ ਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਚੋਰ ਘਰ ਦੇ ਵਿੱਚ ਰੱਖੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਕੂਲਰ 'ਚ ਸਪਰੇਅ ਕਰਦਿਆਂ ਚੋਰ ਸੀਸੀਟੀਵੀ कैमरे ਦੇ ਵਿੱਚ कैद हो गए। वो हमारे कूलर में स्प्रे करके गया और पूरे घर को बटवे बुटवे खोल के पैसे पूसे निकाल के बटवे ऊपर फेंक के और साथ वाली छत पे कूद के भाग गया। तो थे 8,000 रुपए और सिक्टे पड़ी थी 3100 रुपए की। यहाँ वो चाय पानी का काम करते हैं ना, तो सिक्टे भी ले गया उठा के, और पड़ोसियों के भी ले गया 17,500 रुपए। तलाशा और मुंह ढक रखा है पूरा, और बड़ी आराम से फुर्सत से आया वो, बड़ी डर के नहीं आया। ਲੋਕਾਂ ਮੁਤਾਬਿਕ ਦੇਰ ਰਾਤ ਉਹਨਾਂ ਨੂੰ ਕੂਲਰ ਦੇ ਵਿੱਚੋਂ ਬਦਬੂ ਵੀ ਆ ਰਹੀ ਸੀ, ਪਰ ਜਦੋਂ ਤੱਕ ਉਹ ਕੁਝ ਸਮਝਦੇ ਉਹ ਬੇਹੋਸ਼ ਹੋ ਗਏ। ਉੱਥੇ ਪੁਲਿਸ ਹੁਣ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਨੂੰ ਕਾਬੂ ਕਰਨ ਦੇ ਵਿੱਚ ਜੁਟ ਗਈ ਹੈ। उसने आके बताया कि मेरे मकान में चोरी होगी और मेरे पड़ोसी के मकान में, तो उसमें सीसीटीवी फुटेज आई हुई है, तो उनको देख के जैसी कार्रवाई होगी करेंगे। ਫਿਲਹਾਲ ਚੋਰ ਕਦੋਂ ਫੜੇ ਜਾਣਗੇ ਇਹ ਸਵਾਲ ਤਾਂ ਬਣਿਆ ਹੋਇਆ, ਪਰ ਚੋਰੀ ਦੇ ਇਸ ਨਵੇਂ ਤਰੀਕੇ ਤੋਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਯਮੁਨਾ ਨਗਰ ਤੋਂ ਅਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਖਬਰ ਹਿਮਾਚਲ ਦੇ ਨਾਲਾਗੜ੍ਹ ਤੋਂ, ਜਿੱਥੇ ਇੱਕ ਮਹਿਲਾ ਇਨਸਾਫ ਦੀ ਗੁਹਾਰ ਲਾ ਰਹੀ ਹੈ। ਮਹਿਲਾ ਮੁਤਾਬਕ ਉਸ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਪੂਰੇ ਮਾਮਲੇ 'ਚ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਹੈ। ਆਪਣੀਆਂ ਬਾਹਾਂ ਤੇ ਨਿਸ਼ਾਨ ਵਿਖਾ ਰਹੀ ਹੈ ਮਹਿਲਾ ਹਿਮਾਚਲ ਦੇ ਨਾਲਾਗੜ੍ਹ ਦੀ ਰਹਿਣ ਵਾਲੀ ਹੈ, ਜੋ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮ ਬਹੁਤ ਗੰਭੀਰ ਨੇ। ਗੰਭੀਰ ਇਲਜ਼ਾਮ ਆਪਣੇ ਹੀ ਪਤੀ ਤੇ ਲਗਾਏ ਨੇ। ਮਹਿਲਾ ਮੁਤਾਬਿਕ ਉਸ ਦਾ ਪਤੀ ਉਸ ਨੂੰ ਤੇ ਬੱਚਿਆਂ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਦੇ ਨਾਲ ਰਹਿ ਰਿਹਾ ਤੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ। ਸਿਰਫ ਇੰਨਾ ਹੀ ਨਹੀਂ, ਇਲਜ਼ਾਮ ਇੱਥੋਂ ਤੱਕ ਲਗਾਏ ਨੇ ਕਿ ਪਤੀ ਤੇ ਉਸ ਦੀ ਪ੍ਰੇਮਿਕਾ ਰਾਤ ਵੇਲੇ ਘਰ ਆਉਂਦੇ ਨੇ ਤੇ ਉਸ ਦੇ ਨਾਲ ਕੁੱਟਮਾਰ ਕਰਦੇ ਨੇ। ਪੀੜਤਾ ਮੁਤਾਬਿਕ ਉਹ ਕਈ ਮਹੀਨਿਆਂ ਤੋਂ ਥਾਣੇ ਦੇ ਚੱਕਰ ਕੱਟ ਰਹੀ ਹੈ, ਪਰ ਇਨਸਾਫ ਨਹੀਂ ਮਿਲ ਰਿਹਾ ਤੇ ਇੱਥੋਂ ਤੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਖੁਦਕੁਸ਼ੀ ਕਰ ਲਵੇਗੀ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। मेरे हस्बैंड ने पहले काफ़ी साल ठीक रहा सब कुछ, लेकिन अब मेरे हस्बैंड ने और औरत रखी हुई है, तो रखी तो काफ़ी साल हो गए हैं उसको, लेकिन अब 6 महीने से लगातार उसके साथ रह रहा है। अलग से किराए के मकान में रह रहा है वो, और आता है वो औरत भी आती है, बहुत ज़्यादा मार पिटाइयाँ करती है मेरे साथ, और मेरे सास ससुर भी उसमें सब शामिल हैं। तो कुछ दिन तो ठीक रहा, लेकिन अब वो दूसरी जनानी के रखने के चक्कर में इसको मारपीट करता है।
तो कई बार दफा तो मतलब हमारे घर भी गया इसको लेके, छोड़ के कि मैंने छोड़ देनी है, इसको रख लो, मैंने रखूँगा। लेकिन कुछ नहीं हुआ। वहाँ भी जाके उसने मारपीट की, हमारे मकान के कमरे के दरवाजे भी तोड़े ताड़े, कुंडे। ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮ ਕਾਫੀ ਗੰਭੀਰ ਨੇ ਤੇ ਹੁਣ ਨਜ਼ਰ ਪੁਲਿਸ ਦੇ ਐਕਸ਼ਨ ਤੇ ਹੈ ਕਿ ਆਖਿਰਕਾਰ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਮਹਿਲਾ ਦੀ ਇਨਸਾਫ ਦੀ ਉਡੀਕ ਕਦੋਂ ਖਤਮ ਹੁੰਦੀ ਹੈ। ਨਾਲਾਗੜ੍ਹ ਤੋਂ ਜਗਤ ਬੈਂਸ, ਨਿਊਜ਼ 18 ਪੰਜਾਬ। ਰੋਜ਼ਾਨਾ ਵਧ ਰਹੀਆਂ ਪੈਟਰੋਲ, ਡੀਜ਼ਲ, LPG ਦੀਆਂ ਕੀਮਤਾਂ ਨੇ ਮਹਿੰਗਾਈ ਨੂੰ ਅਸਮਾਨੀ ਪਹੁੰਚਾ ਦਿੱਤਾ ਹੈ। ਹਰ ਸੂਬੇ ਦੇ ਹਰ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੈ। ਰਿਪੋਰਟ ਦੇਖਦੇ ਹਾਂ। ਰੋਜ਼ਾਨਾ ਦੀਆਂ ਖਬਰਾਂ ਦੇ ਨਾਲ ਇੱਕ ਖਬਰ ਜ਼ਰੂਰ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਕਿ ਹਾਈ ਮਹਿੰਗਾਈ, ਅੱਜ ਫਿਰ ਵਧੇ ਪੈਟਰੋਲ ਡੀਜ਼ਲ ਦੇ ਰੇਟ। ਪਿਛਲੇ 4 ਦਿਨਾਂ ਤੋਂ ਪੈਟਰੋਲ 30 ਪੈਸੇ ਤੇ ਡੀਜ਼ਲ ਦੇ ਰੇਟ 35 ਰੁਪਏ ਦੇ ਹਿਸਾਬ ਦੇ ਨਾਲ ਵਧ ਰਹੇ ਨੇ, ਜਿਸ ਤੋਂ ਬਾਅਦ ਮਹਿੰਗਾਈ ਦਾ ਮੀਟਰ ਕਈ ਜ਼ਿਲ੍ਹਿਆਂ ਦੇ ਵਿੱਚ 100 ਤੋਂ ਪਾਰ ਹੈ। ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਸਾਡਾ ਅੱਧਾ ਬਜਟ ਪੈਟਰੋਲ ਡੀਜ਼ਲ ਭਰਵਾਉਣ ਦੇ ਵਿੱਚ ਲੱਗ ਜਾਂਦਾ ਹੈ ਤੇ ਕਈਆਂ ਦੇ ਮੁਤਾਬਿਕ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ, ਪਰ ਹੁਣ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਰਨ ਵਾਹਨ ਲੋਕ ਘਰ ਖੜਾਉਣ ਨੂੰ ਮਜਬੂਰ ਨੇ। अगर पेट्रोल डीजल ਦੀਆਂ ਕੀਮਤਾਂ ਵਧੀਆਂ ਤਾਂ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ। ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਔਰ ਲਗਾਤਾਰ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਵਧ ਰਹੇ ਆ ਉਸ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ? ਵੀਰ ਜੀ ਕੀ ਨਾਮ ਹੈ ਤੁਹਾਡਾ, ਕੀ ਕੰਮ ਕਰਦੇ ਹੋ? ਜਤਿੰਦਰ ਸਿਆਲ ਜੀ, ਮੈਂ ਮਿਊਨਿਸਪਲ ਕਾਰਪੋਰੇਸ਼ਨ ਮੋਗਾ 'ਚ ਜੌਬ ਕਰਦਾ। ਮੇਰੀ ਫੀਲਡ ਜੌਬ ਹੈ ਵਾਟਰ ਸਪਲਾਈ ਦੀ, ਪਰ ਪੈਟਰੋਲ ਦੀ ਮਹਿੰਗਾਈ ਤੋਂ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। 70-75 ਰੁਪਏ ਜਦੋਂ ਤੇਲ ਹੁੰਦਾ ਸੀ ਉਦੋਂ ਸੋਚਦੇ ਹੁੰਦੇ ਸੀਗੇ ਵੀ ਭਾਈ ਤੇਲ ਬਹੁਤ ਮਹਿੰਗਾ, ਇਸ ਤੋਂ ਸਸਤਾ ਹੋਊਗਾ। ਕਦੇ ਨਹੀਂ ਸੀ ਸੋਚਿਆ ਵੀ ਇਹ 100 ਤੋਂ ਪਾਰ ਹੋ ਜਾਊਗਾ। ਸਾਰਿਆਂ ਅੱਧੇ ਤੋਂ ਜ਼ਿਆਦਾ ਬਜਟ ਪੈਟਰੋਲ ਪਵਾਉਣ ਦੇ ਵਿੱਚ ਹੀ ਲੰਘ ਜਾਂਦਾ। ਅਸੀਂ ਸਰਕਾਰਾਂ ਤੋਂ ਡਿਮਾਂਡ ਕਰਦੇ ਹਾਂ ਵੀ ਭਾਈ ਪੈਟਰੋਲ ਦੀ ਕੀਮਤ ਬਾਰੇ ਜ਼ਰੂਰ ਕੁਝ ਨਾ ਕੁਝ ਸੋਚਿਆ ਜਾਵੇ। ਇੱਕ ਵਾਰ ਗੌਰ ਫਰਮਾਉਣੇ 8 ਅਕਤੂਬਰ ਨੂੰ ਵਾਅਦੇ ਤੋਂ ਬਾਅਦ ਤੇਲ ਦੀਆਂ ਤਾਜ਼ਾ ਕੀਮਤਾਂ ਕੀ ਨੇ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੇਟ 8 ਅਕਤੂਬਰ ਨੂੰ ਜਲੰਧਰ ਵਿੱਚ 105.54 ਰੁਪਏ, ਡੀਜ਼ਲ 94.01 ਰੁਪਏ, ਬਠਿੰਡਾ ਦੇ ਵਿੱਚ 104.36 ਰੁਪਏ, ਡੀਜ਼ਲ 94.01 ਰੁਪਏ, ਅੰਮ੍ਰਿਤਸਰ ਦੇ ਵਿੱਚ 105.32 ਰੁਪਏ ਤੇ ਡੀਜ਼ਲ 94.91 ਰੁਪਏ, ਲੁਧਿਆਣਾ ਦੇ ਵਿੱਚ ਵੀ 105.3 ਰੁਪਏ, ਡੀਜ਼ਲ 94.85 ਰੁਪਏ ਤੇ ਮੋਹਾਲੀ ਦੇ ਵਿੱਚ 105.34 ਰੁਪਏ ਤੇ ਉੱਥੇ ਡੀਜ਼ਲ 94.84 ਰੁਪਏ। ਮਹਿੰਗਾਈ ਸਿਖਰ ਤੇ ਹੈ। ਸਿਰਫ ਪੈਟਰੋਲ ਡੀਜ਼ਲ ਨਹੀਂ, LPG ਗੈਸ ਸਿਲੰਡਰ, ਸਬਜ਼ੀਆਂ ਦੇ ਭਾਅ ਵੀ ਲਗਾਤਾਰ ਵਧ ਰਹੇ ਨੇ। ਗ੍ਰਹਿਣੀਆਂ ਨੇ ਵੀ ਸਰਕਾਰ ਨੂੰ महंगाई घट करने की अपील की थी। गैस सिलेंडर के दाम बढ़े हैं जिससे गृहिणियों का बजट बिल्कुल बिगड़ गया है। कितना प्रभाव उनकी जेब पर पड़ा है, क्या कुछ कहना चाहेंगे? जिस तरीके से गैस सिलेंडर के दाम बढ़ रहे हैं, कितनी परेशानी होती है आम व्यक्तियों को, गृहिणियों को? गैस सिलेंडर का दाम बढ़ने से आम आदमी के जीवन पर बहुत ही असर पड़ा है। इससे क्या होता है, उनको जो रोजी रोटी जो उनकी पहले नॉर्मल चल रही थी वो उससे बहुत ज़्यादा महंगा खर्चा पड़ रहा है और आम आदमी इसको गुजारा सही से नहीं कर पा रहा। ਵੱਡੀ ਚਿੰਤਾ ਇਸ ਮਹਿੰਗਾਈ ਤੋਂ ਲੋਕਾਂ ਨੂੰ ਇਹ ਵੀ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਸਰਕਾਰ ਲੋਕਾਂ ਦੀ ਜ਼ਰੂਰ ਸੋਚੇ, ਬੇਲਗਾਮ ਮਹਿੰਗਾਈ ਤੇ ਕੰਟਰੋਲ ਕੀਤਾ ਜਾਵੇ। ਡੈਸਕ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਖਬਰ ਜੋ ਮੁੱਦਾ ਬਣੇ ਦੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।